हाँ जी बेटा। सो असी प्रोटीन्स पढ़ रहे ਸੀਗੇ। ਉਸ ਤੋਂ ਬਾਅਦ ਅਸੀਂ ਫਰਦਰ ਕਲਾਸੀਫਿਕੇਸ਼ਨ ਕਰਨੀ ਸੀਗੀ। ਲਾਸਟ ਟੌਪਿਕ ਇੱਥੇ ਖਤਮ ਹੋਇਆ ਸੀਗਾ ਵੀ ਗਲੋਬੂਲਰ ਐਂਡ ਫਾਈਬਰਸ ਪ੍ਰੋਟੀਨਸ ਕੀ ਹੁੰਦੇ ਨੇ। ਸੋ ਇਹ ਮੈਂ ਤੁਹਾਨੂੰ ਇਹਦੇ ਬਾਰੇ 'ਚ ਦੱਸ ਚੁੱਕੀ ਸੀ। ਹੁਣ ਆਪਾਂ ਇਹਦਾ ਡਿਫਰੈਂਸ ਪੜ੍ਹਨਾ, ਡਿਫਰੈਂਸ਼ੀਏਟ ਬਿਟਵੀਨ ਗਲੋਬੂਲਰ ਪ੍ਰੋਟੀਨਸ ਐਂਡ ਫਾਈਬਰਸ ਪ੍ਰੋਟੀਨਸ। ਸੋ ਗਲੋਬੂਲਰ ਪ੍ਰੋਟੀਨਸ ਦੇ ਪੁਆਇੰਟਸ ਪਹਿਲਾਂ ਧਿਆਨ ਦਿਓ, ਇੱਧਰ ਦੇਖੋ। ਗਲੋਬੂਲਰ ਪ੍ਰੋਟੀਨਸ ਕੀ ਹੁੰਦੇ ਨੇ? ਦੇ ਆਰ ਕ੍ਰਾਸ ਲਿੰਕਡ ਕੰਡੈਂਸੇਸ਼ਨ ਪ੍ਰੋਡਕਟਸ ਆਫ ਬੇਸਿਕ ਐਂਡ ਐਸਿਡਿਕ ਅਮੀਨੋ ਐਸਿਡਸ। ਜਿਵੇਂ ਆਪਾਂ ਤੁਹਾਨੂੰ ਅਮੀਨੋ ਐਸਿਡਸ ਦੀ ਬੌਂਡਿੰਗ ਦਿਖਾਈ ਸੀਗੀ, ਸੋ ਉਹਦਾ ਕ੍ਰਾਸ ਲਿੰਕਿੰਗ ਪ੍ਰੋਡਕਟਸ ਬਣਦੇ ਨੇ, ਠੀਕ ਹੈ। ਲੀਨੀਅਰ ਚੇਂਜ ਨਹੀਂ ਹੁੰਦੀਆਂ, ਕ੍ਰਾਸ ਲਿੰਕਡ ਹੁੰਦੀਆਂ ਨੇ। ਫਾਈਬਰਸ ਦੇ ਵਿੱਚ ਪਹਿਲਾ ਪੁਆਇੰਟ ਕੀ ਹੈ? ਦੇ ਆਰ ਲੀਨੀਅਰ ਕੰਡੈਂਸੇਸ਼ਨ ਪ੍ਰੋਡਕਟਸ। ਲੀਨੀਅਰ ਮੀਨਸ ਸਿੱਧੇ ਸਿੱਧੇ ਰੇਸ਼ੇ। ਕ੍ਰਾਸ ਲਿੰਕ ਦੇ ਵਿੱਚ ਉਲਝੇ ਹੋਏ, ਗੁੱਛੇਦਾਰ, ਗੁੰਝਲਦਾਰ, ਤਾਂ ਹੀ ਗੋਲ ਗੋਲ ਹੋ ਜਾਂਦੇ ਨੇ। ਸੋ ਗਲੋਬੂਲਰ ਪ੍ਰੋਟੀਨਸ ਦੇ ਵਿੱਚ ਕੀ ਹੁੰਦਾ? ਕ੍ਰਾਸ ਲਿੰਕਿੰਗ ਹੁੰਦੀ ਹੈ। ਦੀਜ਼ ਆਰ ਸੋਲਿਊਬਲ ਇਨ ਵਾਟਰ, ਠੀਕ ਹੈ। ਪਾਣੀ ਦੇ ਵਿੱਚ ਘੁਲ ਜਾਂਦੇ ਨੇ। ਐਕੁਅਸ ਸੋਲਿਊਸ਼ਨ ਆਫ ਐਸਿਡ ਬੇਸ ਐਂਡ ਸਾਲਟਸ ਜਸਟ ਉਸੇ ਤਰ੍ਹਾਂ ਦੇ ਹੁੰਦੇ ਨੇ। ਸੋ ਦੇ ਆਰ ਸੋਲਿਊਬਲ ਇਨ ਵਾਟਰ। ਔਰ ਜਿਹੜੇ ਦੂਜੇ ਨੇ ਰੇਸ਼ੇਦਾਰ ਫਾਈਬਰਸ ਪ੍ਰੋਟੀਨਸ, ਇਹ ਵਾਟਰ 'ਚ ਇਨਸੋਲਿਊਬਲ ਹੁੰਦੇ ਨੇ, ਬਟ ਦੇ ਆਰ ਸੋਲਿਊਬਲ ਇਨ ਸਟਰੋਂਗ ਐਸਿਡਸ ਐਂਡ ਬੇਸ। ਜੇ ਤੁਸੀਂ ਸਟਰੋਂਗ ਐਸਿਡ ਜਾਂ ਬੇਸ ਪਾ ਦੋਗੇ ਓਬਵੀਅਸਲੀ ਫਿਰ ਤਾਂ ਇਹਨਾਂ ਨੇ ਪਾਣੀ ਦੇ ਵਿੱਚ ਘੁਲ ਹੀ ਜਾਣਾ। ਸੋ ਇੱਕ ਮਾਰਕਰ ਲੈ ਲੈਂਦੇ ਹਾਂ। ਲੈਟਸ ਮੂਵ ਔਨ। ਸੌਰੀ, ਯੈਸ। ਸੋ ਬੇਟਾ ਜਿਹੜੇ ਗਲੋਬੂਲਰ ਪ੍ਰੋਟੀਨਸ ਹੁੰਦੇ ਨੇ ਉਹ ਵਾਟਰ ਦੇ ਵਿੱਚ ਸੋਲਿਊਬਲ ਹੁੰਦੇ ਨੇ, ਅਤੇ ਜਿਹੜੇ ਫਾਈਬਰਸ ਹੁੰਦੇ ਨੇ ਦੇ ਆਰ ਇਨਸੋਲਿਊਬਲ ਇਨ ਵਾਟਰ। ਥਰਡ ਪੁਆਇੰਟ 'ਤੇ ਧਿਆਨ ਦਿਓ। ਇਟਸ ਮੋਲੀਕਿਊਲਸ ਆਰ ਫੋਲਡਡ ਟੂ ਗਿਵ 3 ਡਾਇਮੈਂਸ਼ਨਲ ਸਫੇਰੋਇਡਲ ਸ਼ੇਪ। ਯਾਨੀ ਕਿ ਇਹਨਾਂ ਦੇ ਜਿਹੜੇ ਮੋਲੀਕਿਊਲ ਨੇ ਉਹਨਾਂ ਦੀ ਲੇਅਰਸ ਬਣੀਆਂ ਹੁੰਦੀਆਂ ਨੇ, ਤਹਿਾਂ ਲੱਗੀਆਂ ਹੋਈਆਂ ਹੁੰਦੀਆਂ ਨੇ, ਫੋਲਡ ਹੋਏ ਹੁੰਦੇ ਨੇ, ਠੀਕ ਹੈ। 3 ਡਾਇਮੈਂਸ਼ਨਲ ਸਫੇਰੋਇਡਲ ਮੀਨਸ ਸਫੈਰੀਕਲ, ਗੋਲ ਬੋਲਾਂ ਵਰਗੇ ਬਣ ਜਾਂਦੇ ਨੇ, ਗੋਲਾਕਾਰ, ਅੰਡਾਕਾਰ, ਗੋਲਾਕਾਰ, ਡਿਫਰੈਂਟ ਸ਼ੇਪਸ। ਸੋ 3 ਡਾਇਮੈਂਸ਼ਨਲ ਸਫੇਰੋਇਡਲ ਸ਼ੇਪ ਬਣ ਜਾਂਦੀ ਹੈ, ਹੈਵਿੰਗ ਇੰਟਰਨਲ ਹਾਈਡਰੋਜਨ ਬੌਂਡਿੰਗ। ਸੋ ਇਹਨਾਂ ਦੇ ਵਿੱਚ ਕੀ ਹੁੰਦੀ ਹੈ ਬੇਟਾ? ਹਾਈਡਰੋਜਨ ਬੌਂਡਿੰਗ ਹੁੰਦੀ ਹੈ, ਜਿਹਦੇ ਨਾਲ ਆਪਸ 'ਚ ਚੇਨਾਂ ਉਲਝ ਜਾਂਦੀਆਂ ਨੇ ਅਤੇ ਲਿਪਟ ਜਾਂਦੀਆਂ ਨੇ। ਸੋ ਇਹ ਗੋਲਾਕਾਰ ਸ਼ੇਪ ਬਣ ਜਾਂਦੀ ਹੈ। ਇਹਦਾ ਐਗਜ਼ਾਮਪਲ ਕੀ ਹੋਣਗੇ? ਐਗ ਐਲਬਿਊਮਿਨ ਅਤੇ ਸਾਰੇ ਹੀ ਐਨਜ਼ਾਈਮਸ, ਕਿਉਂਕਿ ਐਨਜ਼ਾਈਮ ਸਾਰੇ ਵਾਟਰ ਸੋਲਿਊਬਲ ਹੁੰਦੇ ਨੇ। ਸੋ ਕੋਈ ਵੀ ਐਨਜ਼ਾਈਮ ਜੇ ਤੁਹਾਨੂੰ ਪੁੱਛੇ ਕਿਸ ਤਰ੍ਹਾਂ ਦਾ ਪ੍ਰੋਟੀਨ ਹੈ, ਫਾਈਬਰਸ ਹੈ ਕਿ ਗਲੋਬੂਲਰ ਹੈ, ਸੋ ਆਨਸਰ ਵਿਲ ਬੀ ਗਲੋਬੂਲਰ। ਔਰ ਜਿਹੜੇ ਹਾਰਮੋਨਸ ਹੁੰਦੇ ਨੇ, ਜਿਹੜੀ ਵੀ ਚੀਜ਼ਾਂ ਆਪਣੀ ਬੋਡੀ 'ਚ ਹੁੰਦੀਆਂ ਨੇ, ਇਟ ਮੀਨਸ ਦੇ ਆਰ ਸੋਲਿਊਬਲ ਇਨ ਵਾਟਰ। ਸੋ ਵਾਟਰ ਸੋਲਿਊਬਲ ਚੀਜ਼ਾਂ ਸਾਰੀਆਂ ਹੀ ਕਿਹਦੇ ਵਿੱਚ ਆਉਣਗੀਆਂ? ਗਲੋਬੂਲਰ ਪ੍ਰੋਟੀਨਸ ਦੇ ਵਿੱਚ। ਸਾਡੇ ਸਾਰੇ ਹਾਰਮੋਨਸ, ਐਨਜ਼ਾਈਮਸ। ਸੋ ਐਗ ਐਲਬਿਊਮਿਨ ਕਿਹਦੇ ਵਿੱਚ ਆਊਗਾ? ਗਲੋਬੂਲਰ ਪ੍ਰੋਟੀਨ ਦੇ ਵਿੱਚ। ਆਈ ਹੋਪ ਇਟ ਇਜ਼ ਕਲੀਅਰ ਟੂ ਆਲ ਆਫ ਯੂ। ਸੋ ਨੈਕਸਟ ਜਿਹੜਾ ਫਾਈਬਰਸ ਦੇ ਪੁਆਇੰਟਸ ਦੇਖ ਲਓ। ਫਾਈਬਰਸ ਦਾ ਪਹਿਲਾ ਪੁਆਇੰਟ ਆਪਾਂ ਕਰ ਚੁੱਕੇ ਹਾਂ, ਲੀਨੀਅਰ ਕੰਡੈਂਸੇਸ਼ਨ ਪ੍ਰੋਡਕਟਸ ਹੁੰਦੇ ਨੇ। ਸੈਕਿੰਡ, ਦੇ ਆਰ ਇਨਸੋਲਿਊਬਲ, ਕਿਉਂਕਿ ਰੇਸ਼ੇ ਨੇ ਬੇਟੇ, ਪਾਣੀ ਦੇ ਵਿੱਚ ਕਿੱਥੋਂ ਘੁਲਣਗੇ, ਠੀਕ ਹੈ। ਸੋ ਇਨਸੋਲਿਊਬਲ ਇਨ ਵਾਟਰ ਬਟ ਸੋਲਿਊਬਲ ਇਨ ਸਟਰੋਂਗ ਐਸਿਡਸ ਐਂਡ ਬੇਸਿਸ। ਥਰਡ ਪੁਆਇੰਟ, ਲੌਂਗ ਹੁੰਦੇ ਨੇ, ਲੀਨੀਅਰ ਹੁੰਦੇ ਨੇ। ਇਹ ਜਿਹੜੀ ਲੌਂਗ ਚੇਨਸ ਨੇ, ਪ੍ਰੋਟੀਨ ਦੀਆਂ ਚੇਨਸ ਨੇ, ਉਹ ਕਿਵੇਂ ਜੁੜੀਆਂ ਹੋਈਆਂ ਨੇ? ਇੰਟਰ ਮੋਲੀਕੂਲਰ ਹਾਈਡਰੋਜਨ ਬੌਂਡ। ਸੋ ਜਿੱਦਾਂ ਲੰਬੇ ਲੰਬੇ ਰੇਸ਼ੇ ਬਣੇ ਹੁੰਦੇ ਨੇ, ਉਹ ਆਪਸ ਦੇ ਵਿੱਚ ਕਿਹਦੇ ਨਾਲ ਜੁੜੇ ਹੋਏ ਨੇ? ਹਾਈਡਰੋਜਨ। ਮੰਨ ਲਓ ਆਹ ਰੇਸ਼ੇ ਨੇ, ਇਮੈਜਿਨ ਕਰੋ ਆਹ ਰੇਸ਼ੇ ਨੇ। ਸੋ ਇਹ ਆਪਸ ਦੇ ਵਿੱਚ ਕਿਵੇਂ ਜੁੜੇ ਹੋਏ ਨੇ? ਇੱਥੇ ਆਪਸ ਦੇ ਵਿੱਚ ਕੀ ਹੈ? ਹਾਈਡਰੋਜਨ ਬੌਂਡਸ ਦੇ ਨਾਲ ਇਹ ਜੁੜੇ ਹੋਏ ਨੇ, ਤਾਂ ਕਰਕੇ ਇਹਨਾਂ ਦੀ ਲੌਂਗ ਚੇਨਸ ਬਣ ਜਾਂਦੇ ਨੇ, ਰੱਸੀਆਂ ਜਿਹੀਆਂ ਬਣ ਜਾਂਦੀਆਂ ਨੇ, ਠੀਕ ਹੈ। ਸੋ ਇਹਦਾ ਐਗਜ਼ਾਮਪਲ ਕੀ ਹੋਊਗਾ ਬੇਟਾ? ਕੈਰਾਟਿਨ। ਸਾਡੇ ਬਾਲ ਦੇਖੇ ਨੇ ਤੁਸੀਂ, ਲੰਬੇ ਲੰਬੇ ਹੁੰਦੇ ਨੇ, ਰੇਸ਼ੇਦਾਰ, ਠੀਕ ਹੈ। ਮਸਲਸ ਦੇ ਵਿੱਚ ਜਿਹੜੀ ਸਾਡੀ ਮਸਲ ਦਾ ਦੇਖੋ, ਕੈਰਾਟਿਨ ਆ ਗਿਆ, ਫਾਈਬਰਾਈਨ ਆ ਗਿਆ। ਸਿਲਕ ਦੇ ਵਿੱਚ ਮਾਇਓਸਿਨ, ਕੋਲਾਜਨ, ਇਹ ਸਾਡੀਆਂ ਜਿਹੜੀਆਂ ਸਕਿਨ ਦੇ ਵਿੱਚ ਹੁੰਦਾ ਕੋਲਾਜਨ। ਸੋ ਸਟਰੈਚ, ਇਲਾਸਟਿਸਿਟੀ ਪ੍ਰਦਾਨ ਕਰਦਾ ਸਾਡੀ ਸਕਿਨ ਨੂੰ। ਸੋ ਇਹ ਸਾਰੇ ਸਟਰਕਚਰਲ ਪ੍ਰੋਟੀਨਸ ਨੇ, ਤੁਸੀਂ ਦੇਖੋਗੇ। ਫਾਈਬਰਸ ਪ੍ਰੋਟੀਨਸ ਦੇ ਵਿੱਚ ਕਿਹੜੇ ਆਉਣਗੇ? ਸਾਰੇ ਹੀ ਸਟਰਕਚਰਲ ਪ੍ਰੋਟੀਨਸ ਨੇ, ਲੀਨੀਅਰ ਕੰਡੈਂਸੇਸ਼ਨ ਪ੍ਰੋਡਕਟਸ ਨੇ, ਬਹੁਤ ਸਟਰੋਂਗ ਹੁੰਦੇ ਨੇ, ਹਾਈਡਰੋਜਨ ਬੌਂਡਿੰਗ ਦੇ ਥਰੂ ਜੁੜੇ ਹੁੰਦੇ ਨੇ ਰੇਸ਼ੇ। ਸੋ ਇਹਦੇ ਐਗਜ਼ਾਮਪਲ ਆ ਗਏ ਕੈਰਾਟਿਨ, ਫਾਈਬਰਾਈਨ, ਮਾਇਓਸਿਨ ਅਤੇ ਕੋਲਾਜਨ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਡਿਫਰੈਂਸ ਹੈ, ਇਹ 2 ਨੰਬਰ ਦੇ ਵਿੱਚ ਆਉਂਦਾ ਹੁੰਦਾ ਹੈ। ਦੈਨ ਬੇਟਾ ਬੀ ਕੈਟਾਗਰੀ ਕਲਾਸੀਫਿਕੇਸ਼ਨ ਦੀ, ਇੱਕ ਤਾਂ ਪਹਿਲੀ ਕਲਾਸੀਫਿਕੇਸ਼ਨ ਕੀਤੀ ਹੈ ਏ ਵਾਲੀ, ਕਿਹੜੀ ਗਲੋਬੂਲਰ ਐਂਡ ਫਾਈਬਰਸ ਹੁੰਦੇ ਨੇ। ਜਿਹੜੀ ਬੀ ਕੈਟਾਗਰੀ ਹੈ, ਹੁਣ ਆਪਾਂ ਇਸ 'ਤੇ ਆ ਗਏ ਹਾਂ। ਕਲਾਸੀਫਿਕੇਸ਼ਨ ਆਫ ਪ੍ਰੋਟੀਨਸ ਔਨ ਦਾ ਬੇਸਿਸ ਆਫ ਹਾਈਡਰੋਲਿਸਿਸ ਪ੍ਰੋਡਕਟਸ। ਵੀ ਜਦੋਂ ਇਹਨਾਂ ਨੂੰ ਅਸੀਂ ਹਾਈਡਰੋਲਾਈਜ਼ ਕਰਦੇ ਹਾਂ ਤਾਂ ਕਿਸ ਤਰ੍ਹਾਂ ਦੇ ਪ੍ਰੋਡਕਟਸ ਬਣਦੇ ਨੇ, ਉਹਦੇ ਬੇਸਿਸ 'ਤੇ ਕਲਾਸੀਫਿਕੇਸ਼ਨ ਹੈ। ਇਹਦੇ ਵਿੱਚ ਕੀ ਆਊਗਾ? ਸਿੰਪਲ ਪ੍ਰੋਟੀਨਸ, ਦੂਸਰਾ ਆਊਗਾ ਕੌਨਜੂਗੇਟਿਡ ਪ੍ਰੋਟੀਨਸ। ਪਹਿਲਾਂ ਆਪਾਂ ਪੜਾਂਗੇ ਸਿੰਪਲ ਪ੍ਰੋਟੀਨਸ। ਸੋ ਸਿੰਪਲ ਪ੍ਰੋਟੀਨਸ ਕਿਹੜੇ ਹੁੰਦੇ ਨੇ? ਵਿਚ ਗਿਵ ਓਨਲੀ ਅਮੀਨੋ ਐਸਿਡਸ ਔਨ ਹਾਈਡਰੋਲਿਸਿਸ। ਮੀਨਸ ਜਦੋਂ ਉਹਨਾਂ ਨੂੰ ਪਾਣੀ 'ਚ ਘੋਲਾਂਗੇ ਸਿਰਫ ਅਮੀਨੋ ਐਸਿਡਸ ਮਿਲਣਗੇ। ਇਹਦਾ ਐਗਜ਼ਾਮਪਲ ਕੀ ਹੈ ਬੇਟਾ? ਐਲਬਿਊਮਿਨ, ਗਲੋਬੂਲਿਨ, ਕੈਰਾਟਿਨ। ਇਹ ਸਿੰਪਲ ਪ੍ਰੋਟੀਨ ਨੇ। ਅੰਡੇ ਵਾਲਾ ਹੁੰਦਾ ਨਾ ਐਲਬਿਊਮਿਨ, ਠੀਕ ਹੈ। ਸੋ ਇਹ ਜਿਹੜੇ ਨੇ, ਇਹਨਾਂ ਨੂੰ ਜੇ ਅਸੀਂ ਹਾਈਡਰੋਲਾਈਜ਼ ਕਰਾਂਗੇ ਇਹ ਵਾਲੇ ਪ੍ਰੋਟੀਨਸ ਤੋਂ, ਵੀ ਵਿਲ ਗੈਟ ਸਿੰਪਲ ਅਮੀਨੋ ਐਸਿਡਸ, ਹੋਰ ਕੁਛ ਨਹੀਂ ਮਿਲੂਗਾ। ਨੈਕਸਟ ਹੈ ਕੌਨਜੂਗੇਟਿਡ ਪ੍ਰੋਟੀਨਸ। ਕੌਨਜੂਗੇਟਿਡ ਪ੍ਰੋਟੀਨ ਦਾ ਮਤਲਬ ਹੁੰਦਾ ਹੈ ਇਹਨਾਂ ਦੇ ਵਿੱਚ ਇੱਕ ਤਾਂ ਪ੍ਰੋਟੀਨ ਪਾਰਟ ਹੁੰਦਾ ਹੈ ਅਮੀਨੋ ਐਸਿਡਸ ਵਾਲਾ, ਇੱਕ ਹੁੰਦਾ ਨੌਨ ਪ੍ਰੋਟੀਨ ਪਾਰਟ,
ਠੀਕ ਹੈ। ਸੋ ਅਮੀਨੋ ਐਸਿਡਸ ਦੇ ਨਾਲ ਨਾਲ ਨੋਨ ਪ੍ਰੋਟੀਨ ਪਾਰਟ ਹੁੰਦਾ ਹੈ, ਅਤੇ ਜਿਹੜਾ ਨੋਨ ਪ੍ਰੋਟੀਨ ਪਾਰਟ ਹੁੰਦਾ ਉਹਨੂੰ ਬੋਲਿਆ ਜਾਂਦਾ ਪ੍ਰੋਸਥੈਟਿਕ ਗਰੁੱਪ। ਕੀ ਬੋਲਣਾ ਉਹਨੂੰ? ਪ੍ਰੋਸਥੈਟਿਕ ਗਰੁੱਪ, ਆਹ ਵਾਲੀ ਟਰਮ। ਸੋ ਨੋਨ ਪ੍ਰੋਟੀਨ ਪਾਰਟ ਵਿਚ ਇਜ਼ ਅਟੈਚਡ ਵਿਦ ਦ ਅਮੀਨੋ ਐਸਿਡ ਚੇਨ, ਉਸ ਨੂੰ ਨੋਨ ਪ੍ਰੋਟੀਨ ਪਾਰਟ ਨੂੰ ਅਸੀਂ ਬੋਲਦੇ ਹਾਂ ਪ੍ਰੋਸਥੈਟਿਕ ਗਰੁੱਪ। ਔਰ ਉਹੋ ਜਿਹੇ ਪ੍ਰੋਟੀਨ ਜਿਨ੍ਹਾਂ ਦੇ ਵਿੱਚ ਨੋਨ ਪ੍ਰੋਟੀਨ ਪਾਰਟ ਵੀ ਹੁੰਦਾ ਹੈ ਉਹਨਾਂ ਨੂੰ ਅਸੀਂ ਬੋਲਦੇ ਹਾਂ ਕੌਨਜੂਗੇਟਿਡ ਪ੍ਰੋਟੀਨਸ। ਫੋਰ ਐਗਜ਼ਾਮਪਲ ਨਿਊਕਲਿਕ ਐਸਿਡਸ, ਇਹਦੇ ਵਿੱਚ ਕੀ ਹੁੰਦਾ? ਫਾਸਫੋਰਸ ਹੁੰਦੀ ਹੈ। DNA RNA ਨਿਊਕਲਿਕ ਐਸਿਡਸ ਆਪਾਂ ਪੜ੍ਹਦੇ ਹਾਂ। ਸੋ DNA RNA ਇਹਨਾਂ ਦੇ ਵਿੱਚ ਕੀ ਹੁੰਦਾ ਬੇਟਾ? ਨਿਊਕਲਿਕ ਐਸਿਡਸ ਦੇ ਵਿੱਚ ਕੀ ਹੁੰਦੀ ਹੈ? ਫਾਸਫੋਰਸ ਜੁੜੀ ਹੁੰਦੀ ਹੈ, P ਫਾਸਫੋਰਸ ਕੰਟੇਨਿੰਗ। ਸੋ ਹੁਣ ਫਾਸਫੋਰਸ ਜਿਹੜਾ ਹੈ ਉਹ ਨੋਨ ਪ੍ਰੋਟੀਨ ਪਾਰਟ ਹੈ, ਸੋ ਇਸ ਕਰਕੇ ਇਹ ਕਿਹਦੇ ਵਿੱਚ ਆਊਗਾ? ਕੌਨਜੂਗੇਟਿਡ ਪ੍ਰੋਟੀਨ ਦੇ ਵਿੱਚ ਆਊਗਾ। ਸਿਮਿਲਰਲੀ ਜਿਹੜਾ ਸਾਡਾ ਖੂਨ ਦਾ ਲਾਲ ਰੰਗ ਦਾ ਪਿਗਮੈਂਟ ਹੁੰਦਾ ਹੈ ਹੀਮੋਗਲੋਬਿਨ, ਇਹਦੇ ਵਿੱਚ ਵੀ ਨੋਨ ਪ੍ਰੋਟੀਨ ਪਾਰਟ ਹੁੰਦਾ ਹੈ। ਦੇਖੋ ਕੀ ਹੈ? ਆਇਰਨ। ਆਇਰਨ ਇਜ਼ ਅ ਮੈਟਲ। ਆਇਰਨ ਦੇ ਆਇਨਸ ਹੁੰਦੇ ਨੇ 2+, 3+, ਫੈਰਸ ਆਇਨਸ। ਸੋ ਨੋਨ ਪ੍ਰੋਟੀਨ ਪਾਰਟ ਵਾਲਾ ਜਿਹੜਾ ਹੁੰਦਾ ਹੈ ਪ੍ਰੋਟੀਨ ਜਿਹਦੇ ਵਿੱਚ ਨੋਨ ਪ੍ਰੋਟੀਨ ਪਾਰਟ ਹੋਵੇ ਉਹਨੂੰ ਅਸੀਂ ਕੀ ਬੋਲਣਾ? ਕੌਨਜੂਗੇਟਿਡ ਪ੍ਰੋਟੀਨ। ਸੋ ਆਪਾਂ ਕੌਨਜੂਗੇਟਿਡ ਔਰ ਸਿੰਪਲ ਪ੍ਰੋਟੀਨਸ ਪੜ੍ਹੇ। ਸਿੰਪਲ 'ਚ ਐਲਬਿਊਮਿਨ, ਗਲੋਬੂਲਿਨ, ਕੈਰਾਟਿਨ। ਕੌਨਜੂਗੇਟਿਡ ਦੇ ਵਿੱਚ ਤੁਸੀਂ ਜਾਂ ਤਾਂ ਹੀਮੋਗਲੋਬਿਨ ਲਿਖ ਦਿਓ ਜਾਂ ਫਿਰ ਤੁਸੀਂ ਲਿਖ ਦਿਓ ਨਿਊਕਲਿਕ ਐਸਿਡਸ। ਨਿਊਕਲਿਕ ਐਸਿਡ ਦੇ ਵਿੱਚ ਕੀ ਹੁੰਦਾ? ਨੋਨ ਪ੍ਰੋਟੀਨ ਪਾਰਟ ਫਾਸਫੋਰਸ ਹੁੰਦੀ ਹੈ, ਅਤੇ ਹੀਮੋਗਲੋਬਿਨ ਦੇ ਵਿੱਚ ਕੀ ਹੁੰਦਾ? ਆਇਰਨ। ਸੋ ਮੂਵਿੰਗ ਔਨ, ਸਟਰਕਚਰ ਆਫ ਪ੍ਰੋਟੀਨਸ। ਹੁਣ ਪ੍ਰੋਟੀਨਸ ਦਾ ਸਟਰਕਚਰ ਦੇ ਬਾਰੇ 'ਚ ਅਸੀਂ ਪੜ੍ਹਾਂਗੇ। ਪ੍ਰੋਟੀਨ ਦਾ ਬੇਟਾ ਸਟਰਕਚਰ ਅਸੀਂ ਤਿੰਨ ਹਿੱਸਿਆਂ 'ਚ ਵੰਡਦੇ ਹਾਂ। ਪਹਿਲਾ ਹੁੰਦਾ ਹੈ ਪ੍ਰਾਇਮਰੀ ਸਟਰਕਚਰ, ਦੂਸਰਾ ਹੁੰਦਾ ਹੈ ਸੈਕੰਡਰੀ ਸਟਰਕਚਰ, ਤੀਸਰਾ ਹੁੰਦਾ ਟਰਸ਼ੀਅਰੀ ਸਟਰਕਚਰ। ਫਸਟ ਕੀ ਹੈ? ਪ੍ਰਾਇਮਰੀ ਸਟਰਕਚਰ। ਪ੍ਰਾਇਮਰੀ ਸਟਰਕਚਰ ਬਿਲਕੁਲ ਬੇਸਿਕ ਚੀਜ਼ ਹੈ। ਇਹ ਸਾਨੂੰ ਦੱਸਦਾ ਸੀਕੁਐਂਸ ਆਫ ਅਮੀਨੋ ਐਸਿਡਸ, ਕਿਸ ਤਰ੍ਹਾਂ ਅਮੀਨੋ ਐਸਿਡਸ ਜੁੜੇ ਹੋਏ ਨੇ। ਜਿਵੇਂ ਜਿਵੇਂ ਤੁਹਾਨੂੰ ਬਿਠਾਉਂਦੇ ਆ ABC, 4 ਬੱਚੇ ਬੈਠੇ ਨੇ, ਸੋ ਇੱਕ ਦੇ ਪਿੱਛੇ ਕੌਣ ਹੈ, ਕਿਸ ਸੀਕੁਐਂਸ ਦੇ ਵਿੱਚ ਜੁੜੇ ਹੋਏ ਨੇ, ਅਲੱਗ ਅਲੱਗ ਅਮੀਨੋ ਐਸਿਡਸ ਕਿਵੇਂ ਜੁੜੇ ਹੋਏ ਨੇ। ਸੋ ਇਟ ਟੈਲਸ ਅਸ ਅਬਾਊਟ ਦਾ ਸੀਕੁਐਂਸ ਇਨ ਵਿਚ ਅਮੀਨੋ ਐਸਿਡਸ ਆਰ ਲਿੰਕਡ ਇਨ ਪੋਲੀਪੈਪਟਾਈਡ ਚੇਨਸ ਆਫ ਆ ਪ੍ਰੋਟੀਨ। ਪ੍ਰੋਟੀਨ ਦੀ ਪੋਲੀਪੈਪਟਾਈਡ ਚੇਨ ਦੇ ਵਿੱਚ ਕਿਵੇਂ ਅਮੀਨੋ ਐਸਿਡਸ ਪਏ ਨੇ, ਕਿਸ ਸੀਕੁਐਂਸ 'ਚ ਪਏ ਨੇ, ਉਹ ਹੋ ਗਿਆ ਪ੍ਰਾਇਮਰੀ ਸਟਰਕਚਰ। ਸੈਕੰਡਰੀ ਸਟਰਕਚਰ ਹੁੰਦਾ ਹੈ ਦ ਮੈਨਰ ਇਨ ਵਿਚ ਪੋਲੀਪੈਪਟਾਈਡ ਚੇਨਸ ਆਰ ਫੋਲਡਡ। ਕਿਸ ਤਰ੍ਹਾਂ ਉਹ ਮੁੜੀਆਂ ਹੋਈਆਂ ਨੇ, ਇਸ ਤਰ੍ਹਾਂ ਮੁੜੀਆਂ ਹੋਈਆਂ ਨੇ, ਕਿਸ ਸ਼ੇਪ ਦੇ ਵਿੱਚ ਮੁੜੀਆਂ ਹੋਈਆਂ ਨੇ। ਸੋ ਬੈਂਡਿੰਗ ਜਿਹੜੀ ਹੈ ਉਹ ਸਾਨੂੰ ਦੱਸਦਾ ਹੈ ਸੈਕੰਡਰੀ ਸਟਰਕਚਰ, ਦ ਮੈਨਰ ਇਨ ਵਿਚ ਵੇਰੀਅਸ ਚੇਨਸ ਆਰ ਫੋਲਡਡ, ਠੀਕ ਹੈ, ਟੂ ਗਿਵ ਦ ਸ਼ੇਪ ਆਫ ਪ੍ਰੋਟੀਨ। ਸੋ ਆਪਾਂ ਜਿਵੇਂ ਪੜ੍ਹਦੇ ਹੁੰਦੇ ਹਾਂ ਅਲਫਾ ਹੈਲਿਕਸ ਸਟਰਕਚਰ ਹੋ ਗਿਆ, ਬੀਟਾ ਪਲੀਟਡ ਸਟਰਕਚਰ ਹੋ ਗਿਆ, ਹੈ ਨਾ। ਹੈਲਿਕਸ ਮੀਨਸ ਇਸ ਤਰ੍ਹਾਂ ਮੁੜੀ ਹੋਈ, ਇਸ ਤਰ੍ਹਾਂ ਹੋ ਗਿਆ ਕਿ ਬੀਟਾ ਪਲੀਟਡ ਸਟਰਕਚਰ ਹੋ ਗਿਆ। ਕਿਹੜੀ ਸ਼ੇਪ ਦੇ ਵਿੱਚ ਚੇਨਾਂ ਮੁੜੀਆਂ ਹੋਈਆਂ ਨੇ ਉਹ ਸਾਨੂੰ ਕੌਣ ਦੱਸਦਾ ਹੈ? ਸੈਕੰਡਰੀ ਸਟਰਕਚਰ। ਤੀਸਰਾ ਆ ਗਿਆ ਬੇਟਾ ਟਰਸ਼ਰੀ ਸਟਰਕਚਰ। ਟਰਸ਼ਰੀ ਸਟਰਕਚਰ ਸਾਨੂੰ ਦੱਸਦਾ ਹੈ ਫੋਲਡਿੰਗ ਕਿਵੇਂ ਹੋਈ ਹੈ, ਕੋਇਲਿੰਗ ਕਿਵੇਂ ਹੋਈ ਹੈ, ਬੈਂਡਿੰਗ ਕਿਵੇਂ ਹੋਈ ਹੈ, ਤਹਾਂ ਕਿਵੇਂ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਪੈਪਟਾਈਡ ਚੇਨ ਦੀਆਂ 3 ਡਾਇਮੈਂਸ਼ਨਲ ਸਟਰਕਚਰ ਦੇ ਵਿੱਚ, 2 ਡਾਇਮੈਂਸ਼ਨਲ ਦੇ ਵਿੱਚ ਨਹੀਂ, 3 ਡਾਇਮੈਂਸ਼ਨ ਦੇ ਵਿੱਚ। ਸੋ ਟਰਸ਼ਰੀ ਸਟਰਕਚਰ ਅਰਾਈਜ਼ਸ ਡਿਊ ਟੂ folding, coiling and bending of polypeptide chains producing 3-dimensional structure. So it gives the overall shape of protein. Protein the final shape ਜਿਹੜੀ ਹੈ it is given by the tertiary structure. ਲਾਸਟ ਟੌਪਿਕ 'ਤੇ ਆ ਜਾਂਦੇ ਹਾਂ ਨੇਟਿਵ ਸਟੇਟ ਐਂਡ ਡੀਨੇਚਰੇਸ਼ਨ ਆਫ ਪ੍ਰੋਟੀਨ। ਨੇਟਿਵ ਸਟੇਟ ਹੁੰਦਾ ਬੇਟਾ ਜਿਹੜੀ ਉਹਦੀ ਮੋਸਟ ਸਟੇਬਲ ਸਟੇਟ ਹੈ ਪ੍ਰੋਟੀਨ ਦੀ, ਜਿਸ ਫਾਰਮ 'ਚੋਂ ਮਿਲਦਾ ਹੈ। ਸੋ ਨੈਚੁਰਲ ਸਟੇਟ ਨੂੰ ਅਸੀਂ ਕਹਿ ਸਕਦੇ ਹਾਂ। ਨੇਟਿਵ ਸਟੇਟ ਮੀਨਸ ਨੈਚੁਰਲ ਸਟੇਟ, ਰਾਈਟ। ਡੀਨੇਚਰੇਸ਼ਨ ਆਫ ਪ੍ਰੋਟੀਨ ਕੀ ਹੁੰਦਾ ਹੈ? ਡੀਨੇਚਰੇਸ਼ਨ ਦਾ ਮਤਲਬ ਹੈ ਜੇ ਅਸੀਂ ਪ੍ਰੋਟੀਨ ਨੂੰ ਕੋਈ ਖਾਸ ਕੈਮੀਕਲ 'ਚ ਪਾ ਦਈਏ, ਕੋਈ ਟੈਂਪਰੇਚਰ ਚੇਂਜ ਕਰ ਦਈਏ, ਤਾਂ ਉਹਦੇ ਨਾਲ ਉਹਦਾ ਜਿਹੜਾ ਸਟਰਕਚਰ ਹੈ ਟਰਸ਼ਰੀ ਸਟਰਕਚਰ ਉਹ ਚੇਂਜ ਹੋ ਜਾਂਦਾ ਹੈ, ਠੀਕ ਹੈ। ਤਾਂ ਉਹਨੂੰ ਅਸੀਂ ਬੋਲਦੇ ਹਾਂ ਪ੍ਰੋਟੀਨ ਡੀਨੇਚਰ ਹੋ ਗਿਆ, ਰਾਈਟ। ਸੋ ਡੀਨੇਚਰੇਸ਼ਨ ਆਫ ਪ੍ਰੋਟੀਨ ਕੀ ਹੈ? ਇਟ ਇਜ਼ ਦਾ ਪ੍ਰੋਸੈਸ ਦੈਟ ਚੇਂਜਸ ਦਾ ਫਿਜ਼ੀਕਲ ਐਂਡ ਬਾਇਓਲੋਜੀਕਲ ਪ੍ਰੋਪਰਟੀਜ਼ ਆਫ ਪ੍ਰੋਟੀਨਸ ਵਿਦਾਊਟ ਅਫੈਕਟਿੰਗ ਇਟਸ ਕੈਮੀਕਲ ਕੰਪੋਜੀਸ਼ਨ। ਉਹਦੇ ਕੈਮੀਕਲ ਕੰਪੋਜੀਸ਼ਨ ਨੂੰ ਚੇਂਜ ਨਹੀਂ ਕੀਤਾ, ਸਿਰਫ ਉਹਦਾ ਫਿਜ਼ੀਕਲ ਫਾਰਮ ਚੇਂਜ ਕੀਤੀ ਹੈ ਔਰ ਉਹਦੀ ਬਾਇਓਲੋਜੀਕਲ ਪ੍ਰੋਪਰਟੀ ਚੇਂਜ ਹੋ ਜਾਂਦੀ ਹੈ। ਸੋ ਉਹਨੂੰ ਅਸੀਂ ਬੋਲਦੇ ਹਾਂ ਡੀਨੇਚਰੇਸ਼ਨ। ਡੀਨੇਚਰੇਸ਼ਨ ਹੁਣ ਕਿਸ ਤਰ੍ਹਾਂ ਹੋ ਸਕਦੀ ਹੈ ਬੇਟਾ? ਧਿਆਨ ਨਾਲ ਦੇਖੋ। ਜਾਂ ਤਾਂ ਹੋ ਸਕਦੀ ਹੈ ਬਾਏ ਚੇਂਜ ਇਨ pH, ਚੇਂਜ ਇਨ ਟੈਂਪਰੇਚਰ, ਜਾਂ ਫਿਰ ਇਨ ਦ ਪ੍ਰੈਜ਼ੈਂਸ ਆਫ ਸਮ ਸਾਲਟਸ ਐਂਡ ਕੈਮੀਕਲਸ। ਯਾਨੀ ਕਿ ਅਸੀਂ ਜਾਂ ਤਾਂ pH ਚੇਂਜ ਕਰ ਦਈਏ, pH ਕਿਵੇਂ ਚੇਂਜ ਹੁੰਦਾ, ਜਾਂ ਤਾਂ ਐਸਿਡ ਪਾ ਦਿਓ ਜਾਂ ਸਟਰੋਂਗ ਬੇਸ ਪਾ ਦਿਓ, ਹੈ ਨਾ, ਠੀਕ ਹੈ। ਜਾਂ ਟੈਂਪਰੇਚਰ ਚੇਂਜ ਕਰ ਦਿਓ, ਜਿਵੇਂ ਆਪਾਂ ਬਣਾਉਂਦੇ ਹਾਂ ਪਨੀਰ ਬਣਾਉਂਦੇ ਹਾਂ ਦੁੱਧ ਨੂੰ ਫਾੜ ਕੇ, ਤਾਂ ਅਸੀਂ ਉਹਦੇ ਵਿੱਚ ਨਿੰਬੂ ਪਾ ਦਿੰਦੇ ਹਾਂ ਜਾਂ ਸਿਰਕਾ ਪਾ ਦਿੰਦੇ ਹਾਂ। ਸਿਰਕਾ ਜਾਂ ਨਿੰਬੂ ਪਾਏ ਤੋਂ ਕੀ ਹੋ ਜਾਂਦਾ? pH ਚੇਂਜ ਹੋ ਜਾਂਦਾ ਹੈ। ਟੈਂਪਰੇਚਰ ਚੇਂਜ ਕਰੇ ਤੋਂ ਵੀ ਉਹ ਕੋਐਗੂਲੇਸ਼ਨਸ ਹੋ ਜਾਂਦੀਆਂ ਨੇ।
ਤੁਹਾਨੂੰ ਜਿਵੇਂ ਅੰਡੇ ਦਾ ਐਗਜ਼ਾਮਪਲ ਹੈ, ਉਹ ਟੈਂਪਰੇਚਰ ਦੇ ਵਿੱਚ ਆ ਜਾਊਗਾ। ਅੰਡਾ ਜਿਹੜਾ ਕੱਚਾ ਹੈ ਉਹ ਓਬਵੀਅਸਲੀ ਫ੍ਰੀ ਫਲੋਇੰਗ ਹੈ, ਜਦੋਂ ਉਹਨੂੰ ਟੈਂਪਰੇਚਰ ਚੇਂਜ ਕਰਦੇ ਨੇ, ਗਰਮ ਕਰਤਾ, ਬੋਇਲ ਕਰਤਾ, ਤਾਂ ਉਹ ਕੀ ਬਣ ਗਿਆ, ਹਾਰਡ ਹੋ ਗਿਆ, ਤਾਂ ਇਹ ਟੈਂਪਰੇਚਰ ਦੇ ਵਿੱਚ ਆ ਜਾਊਗਾ। ਸੋ ਟੈਂਪਰੇਚਰ ਚੇਂਜ ਕਰਕੇ, ਪੀਐਚ ਚੇਂਜ ਕਰਕੇ, ਜਾਂ ਸੌਲਟਸ ਜਾਂ ਕੈਮੀਕਲ, ਜਿਵੇਂ ਆਪਾਂ ਸਿਰਕਾ ਪਾ ਕੇ, ਇਹ ਕੈਮੀਕਲ 'ਚ ਆ ਗਿਆ, ਸਿਰਕਾ ਪਾ ਕੇ ਦੁੱਧ ਨੂੰ ਫਾੜ ਦਿੰਦੇ ਹਾਂ। ਸੋ ਇਹ ਸਾਰਾ ਕੀ ਹੁੰਦਾ ਬੇਟਾ, ਡੀਨੇਚਰੇਸ਼ਨ ਦੇ ਵਿੱਚ ਆਊਗਾ। ਸੋ ਖਾਸ ਗੱਲ ਕੀ ਹੈ, ਡੀਨੇਚਰੇਸ਼ਨ ਡਜ਼ ਨਾਟ ਚੇਂਜ ਦਾ ਪ੍ਰਾਇਮਰੀ ਸਟਰਕਚਰ। ਡੀਨੇਚਰੇਸ਼ਨ ਆਫ ਪ੍ਰੋਟੀਨ ਜਦੋਂ ਹੁੰਦੀ ਹੈ, ਪ੍ਰਾਇਮਰੀ ਸਟਰਕਚਰ ਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ, ਬਟ ਇਟ ਰਿਜ਼ਲਟਸ ਡਿਊ ਟੂ ਰੀਅਰੇਂਜਮੈਂਟ ਆਫ ਸੈਕੰਡਰੀ ਐਂਡ ਟਰਸ਼ਰੀ ਸਟਰਕਚਰ। ਸੋ ਜਦੋਂ ਡੀਨੇਚਰੇਸ਼ਨ ਹੁੰਦੀ ਹੈ ਤਾਂ ਸੈਕੰਡਰੀ ਐਂਡ ਟਰਸ਼ਰੀ ਸਟਰਕਚਰ ਦੇ ਵਿੱਚ ਚੇਂਜਸ ਆਉਂਦੇ ਨੇ, ਜਿਹਦੇ ਕਰਕੇ ਉਹ ਕੀ ਹੁੰਦਾ, ਇਟ ਪ੍ਰੈਸੀਪੀਟੇਟਸ ਫਰੋਮ ਦਾ ਸੋਲਿਊਸ਼ਨ, ਸੋਲਿਊਸ਼ਨ 'ਚੋਂ ਉਹ ਨਿਕਲ ਜਾਂਦਾ ਬਾਹਰ, ਸੋਲਿਡ ਬਣ ਜਾਂਦਾ ਹੈ ਜੀ। ਲਿਕੁਇਡ ਤੋਂ ਕੀ ਬਣ ਗਿਆ, ਸੋਲਿਡ ਬਣ ਗਿਆ। ਸੋ ਇਹ ਹੋ ਗਿਆ ਡੀਨੇਚਰੇਸ਼ਨ। ਐਗਜ਼ਾਮਪਲ ਕੀ ਹੋ ਗਿਆ, ਕੋਐਗੂਲੇਸ਼ਨ ਆਫ ਐਲਬੂਮਿਨ ਔਨ ਬੋਇਲਿੰਗ ਦਾ ਐਗ, ਮੈਂ ਤੁਹਾਨੂੰ ਦੱਸਿਆ ਸੀਗਾ, ਉਹ ਹਾਰਡ ਰਬੜ ਲਾਈਕ ਸਬਸਟੈਂਸ ਦੇ ਵਿੱਚ ਬਦਲ ਜਾਂਦਾ ਹੈ, ਤਾਂ ਉਹ ਇਨਸੋਲਿਬਲ ਹੋ ਜਾਂਦੀ ਹੈ, ਠੀਕ ਹੈ। ਸੋ ਇਹ ਹੋ ਗਿਆ ਐਗ ਦਾ ਐਗਜ਼ਾਮਪਲ, ਟੈਂਪਰੇਚਰ ਚੇਂਜ ਕਰਨ ਨਾਲ ਡੀਨੇਚਰੇਸ਼ਨ ਹੋ ਗਈ ਹੈ। ਸੈਕਿੰਡ ਹੈ ਕਰਡਲਿੰਗ ਆਫ ਮਿਲਕ, ਦੁੱਧ ਜਿਹੜਾ ਫਟ ਜਾਂਦਾ ਹੈ, ਉਹ ਕੀ ਹੈ, ਇਟ ਇਜ਼ ਡਿਊ ਟੂ ਦਾ ਫਾਰਮੇਸ਼ਨ ਆਫ ਲੈਕਟਿਕ ਐਸਿਡ। ਉਹ ਖੱਟਾ ਹੁੰਦਾ ਬੈਕਟੀਰੀਆ ਜਿਹੜਾ ਹੈ, ਉਸ ਤਰ੍ਹਾਂ ਵੀ ਹੋ ਜਾਂਦਾ ਹੈ। ਜਦੋਂ ਦੁੱਧ ਪਿਆ ਬਾਹਰ, ਗਰਮ ਆਪਾਂ ਕੀਤਾ ਨਹੀਂ, ਫਰਿੱਜ 'ਚ ਰੱਖਿਆ ਨਹੀਂ, ਬਾਹਰ ਹੀ ਪਿਆ ਰਹਿ ਗਿਆ, ਉਹ ਫਟ ਜਾਂਦਾ ਹੈ, ਤਾਂ ਉਹ ਬੈਕਟੀਰੀਆ ਜਿਹੜਾ ਹੈ ਲੈਕਟਿਕ ਐਸਿਡ ਵਧਾ ਦਿੰਦਾ, ਪੈਦਾ ਹੋ ਜਾਂਦਾ, ਜਿਹਦੇ ਨਾਲ ਉਹ ਕੀ ਹੁੰਦਾ, ਖੱਟਾ ਹੋ ਗਿਆ ਅਤੇ ਫਟ ਜਾਂਦਾ ਹੈ, ਠੀਕ ਹੈ। ਜਾਂ ਫਿਰ ਆਪਾਂ ਨਿੰਬੂ ਪਾ ਕੇ ਫੜ ਸਕਦੇ ਹਾਂ। ਸੋ ਇਹ ਸੀਗਾ ਬੇਟਾ ਰਿਗਾਰਡਿੰਗ ਡੀਨੇਚਰੇਸ਼ਨ। ਆ ਕੀ ਹੈ ਨੀਚੇ ਲਾਸਟ ਲਾਈਨ, ਦਾ ਗਲੋਬੂਲਰ ਪ੍ਰੋਟੀਨ ਲੈਕਟੋ ਐਲਬੂਮਿਨ, ਇਹ ਉਹੀ ਹੈ ਬੇਟਾ ਜਿਹੜਾ ਆਪਾਂ ਹੁਣ ਪੜ੍ਹ ਕੇ ਹਟੇ ਹਾਂ। ਦੇ ਬਿਕਮ ਫਾਈਬਰਸ, ਪਹਿਲਾਂ ਉਹ ਸੋਲਿਊਬਲ ਸੀਗੇ, ਡੀਨੇਚਰੇਸ਼ਨ ਤੋਂ ਪਹਿਲਾਂ ਉਹ ਕੀ ਸੀਗੇ, ਸੋਲਿਊਬਲ। ਬਾਅਦ 'ਚ ਜਦੋਂ ਡੀਨੇਚਰੇਸ਼ਨ ਕਰਤੀ, ਜਿਵੇਂ ਕੋਐਗੂਲੇਟ ਕਰਤਾ ਐਗ ਐਲਬੂਮਿਨ, ਉਹ ਕੀ ਹੋ ਗਿਆ, ਹੁਣ ਸੋਲਿਡ ਬਣ ਗਿਆ। ਔਰ ਜਿਹੜਾ ਦੁੱਧ ਲਿਕੁਇਡ ਸੀਗਾ, ਵਾਟਰ ਸੋਲਿਊਬਲ ਸੀਗਾ, ਜਦੋਂ ਉਹਨੂੰ ਫਾੜਤਾ ਪਨੀਰ ਬਣ ਗਿਆ, ਉਹ ਵੀ ਕੀ ਬਣ ਗਿਆ, ਸੋਲਿਡ ਬਣ ਗਿਆ। ਸੋ ਇਹ ਦੋਨੋਂ ਪ੍ਰੋਟੀਨ ਕੀ ਬਣ ਗਏ, ਸੋਲਿਡ ਸਟੇਟ 'ਚ ਆ ਗਏ। ਸੋ ਡੀਨੇਚਰੇਸ਼ਨ ਹੋ ਗਈ, ਇਹਦਾ ਮਤਲਬ ਇਹਦੇ ਵਿੱਚ ਹੁਣ ਇਹ ਵਾਟਰ ਇਨਸੋਲਿਊਬਲ ਹੋ ਗਏ, ਪਹਿਲਾਂ ਇਹ ਵਾਟਰ ਸੋਲਿਊਬਲ ਸੀਗੇ। ਸੋ ਬੇਟਾ ਪ੍ਰੋਟੀਨਸ ਦੇ ਵਿੱਚ ਇਹ ਲਾਸਟ ਟੌਪਿਕ ਸੀਗਾ ਆਪਣਾ, ਬਾਕੀ ਦਾ ਹੁਣ ਅਸੀਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ। ਥੈਂਕ ਯੂ ਫॉर ਵਾਚਿੰਗ।